स्वागत है ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ ਤੇ। ਮੇਰੀ ਉਮਰ 18 ਸਾਲ ਸੀ। ਮੈਂ ਅਜੇ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਿਆ ਸੀ। ਆਪਣੀ ਉਮਰ ਦੇ ਇਸ ਪੜਾਅ ਤੇ ਮੈਨੂੰ ਇੱਕ ਦਿਨ ਆਪਣੇ ਮਾਮਾ ਮਾਮੀ ਕੋਲ ਰਹਿਣ ਜਾਣਾ ਪਿਆ। ਮੇਰੀ ਮਾਮੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ, ਪਰ ਜਿਵੇਂ ਹੀ ਸ਼ਾਮ ਦਾ ਸਮਾਂ ਹੁੰਦਾ ਤਾਂ ਮੇਰੀ ਮਾਮੀ ਮੈਨੂੰ ਉੱਪਰ ਬਣੇ ਇੱਕ ਕਮਰੇ 'ਚ ਲੁਕਾ ਦਿੰਦੀ ਤੇ ਮੈਨੂੰ ਮਾਮਾ ਜੀ ਦੇ ਸਾਹਮਣੇ ਨਾ ਆਉਣ ਦਿੰਦੀ। ਇੱਕ ਦਿਨ ਜਦੋਂ ਮੈਨੂੰ ਪਿਆਸ ਲੱਗੀ ਤਾਂ ਮੈਂ ਪਾਣੀ ਪੀਣ ਕਮਰੇ 'ਚੋਂ ਬਾਹਰ ਆਈ ਤਾਂ ਮੈਨੂੰ ਮਾਮੀ ਦੇ ਕਮਰੇ 'ਚੋਂ ਉਹਨਾਂ ਦੇ ਰੋਣ ਦੀ ਆਵਾਜ਼ ਆਈ। ਮੈਂ ਹੈਰਾਨੀ ਨਾਲ ਮਾਮੀ ਦੇ ਕਮਰੇ 'ਚ ਗਈ ਤਾਂ ਮੈਂ ਉੱਥੇ ਜੋ ਦੇਖਿਆ ਉਸ ਨੂੰ ਦੇਖ ਕੇ ਮੇਰੀ ਜਾਨ ਨਿਕਲ ਗਈ। ਮੇਰਾ ਨਾਂ ਗੌਰੀ ਹੈ ਤੇ ਮੇਰੀ ਕਹਾਣੀ ਕੁਝ ਇਸ ਤਰ੍ਹਾਂ ਹੈ। ਮੈਂ ਆਪਣੇ ਘਰ ਦੀ ਸਭ ਤੋਂ ਛੋਟੀ ਬੇਟੀ ਸੀ ਤੇ ਮੇਰੇ ਦੋ ਛੋਟੇ ਭਰਾ ਵੀ ਸਨ। ਮੈਂ ਇੱਕ ਛੋਟੇ ਜਿਹੇ ਪਿੰਡ 'ਚ ਰਹਿੰਦੀ ਸੀ। ਮੇਰਾ ਪਿੰਡ ਬਹੁਤ ਹੀ ਸੋਹਣਾ ਸੀ। ਮੈਂ ਆਪਣਾ ਪੂਰਾ ਬਚਪਨ ਪਿੰਡ ਦੀਆਂ ਗਲੀਆਂ 'ਚ ਖੇਡ ਕੇ ਲੰਘਾਇਆ ਸੀ ਤੇ ਇਸ ਪਿੰਡ 'ਚ ਵੀ ਜਵਾਨ ਹੋਈ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਹ ਆਪਣਾ ਪਿਆਰਾ ਜਿਹਾ ਪਿੰਡ ਛੱਡ ਕੇ ਕਿਤੇ ਦੂਰ ਜਾਣਾ ਪਵੇਗਾ। ਜਦੋਂ ਮੈਨੂੰ ਆਪਣਾ ਪਿੰਡ ਛੱਡ ਕੇ ਆਪਣੇ ਮਾਮਾ ਦੇ ਘਰ ਜਾਣਾ ਪਿਆ ਤਾਂ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਦੁੱਖ ਦੇਣ ਵਾਲਾ ਦਿਨ ਸੀ। ਪਰ ਜ਼ਿੰਦਗੀ ਦੀ ਕੌੜੀ ਸੱਚਾਈ ਇਨਸਾਨ ਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦੀ ਹੈ। ਅਜਿਹਾ ਹੀ ਕੁਝ ਮੇਰੇ ਨਾਲ ਹੋਇਆ। ਆਪਣਾ ਬਚਪਨ ਮੈਂ ਆਪਣੇ ਮਾਤਾ ਪਿਤਾ ਦੇ ਪਿਆਰ 'ਚ ਗੁਜ਼ਾਰਿਆ ਸੀ। ਸਾਡਾ ਵੱਡਾ ਪਰਿਵਾਰ ਸੀ ਤੇ ਮੇਰੇ ਤਾਇਆ ਤਾਈ ਤੇ ਅਸੀਂ ਸਾਰੇ ਇਕੱਠੇ ਹੀ ਰਹਿੰਦੇ ਸੀ। ਮੇਰਾ ਇੱਕ ਚਾਚਾ ਸੀ ਜੋ ਅਜੇ ਪੜ੍ਹਾਈ ਕਰ ਰਿਹਾ ਸੀ ਤੇ ਉਹ ਪੜ੍ਹਾਈ ਦੇ ਸਿਲਸਿਲੇ ਜ਼ਿਆਦਾ ਹੋਸਟਲ 'ਚ ਹੀ ਰਹਿੰਦੇ ਸਨ। ਅਸੀਂ ਜਿਵੇਂ ਜਿਵੇਂ ਵੱਡੇ ਹੁੰਦੇ ਜਾ ਰਹੇ ਸੀ, ਘਰ ਸਾਡੇ ਲਈ ਛੋਟਾ ਹੁੰਦਾ ਜਾ ਰਿਹਾ ਸੀ। ਸਾਡੀ ਦਾਦੀ ਤੇ ਭੂਆ ਇੱਕ ਹੀ ਕਮਰੇ 'ਚ ਰਹਿੰਦੀਆਂ ਸਨ। ਘੱਟ ਉਮਰ 'ਚ ਹੀ ਦਾਦੀ ਨੇ ਭੂਆ ਦਾ ਵਿਆਹ ਕਰ ਦਿੱਤਾ ਸੀ। 2 ਸਾਲ ਬਾਅਦ ਕਿਸੇ ਕਾਰਨ ਕਰਕੇ ਭੂਆ ਦਾ ਤਲਾਕ ਹੋ ਗਿਆ ਤੇ ਉਹ ਵਾਪਸ ਆਪਣੇ ਪੇਕੇ ਆ ਗਈ। ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਇਆ ਕਿ ਮੇਰੀ ਭੂਆ ਤਾਂ ਬਹੁਤ ਚੰਗੀ ਸੀ ਤੇ ਉਹਨਾਂ ਨੇ ਅੱਜ ਤੱਕ ਕਿਸੇ ਨਾਲ ਉੱਚੀ ਆਵਾਜ਼ 'ਚ ਗੱਲ ਤੱਕ ਨਹੀਂ ਕੀਤੀ। ਫਿਰ ਉਹਨਾਂ ਨੂੰ ਕੋਈ ਕਿਵੇਂ ਛੱਡ ਸਕਦਾ ਹੈ। ਫਿਰ ਗੱਲ ਇੰਨੀ ਕਿਵੇਂ ਵੱਧ ਗਈ ਕਿ ਭੂਆ ਦਾ ਤਲਾਕ ਹੋ ਗਿਆ। ਮੈਨੂੰ ਇੰਨਾ ਪਤਾ ਸੀ ਕਿ ਮੇਰੀ ਭੂਆ ਦਾ ਵਿਆਹ ਉਹਨਾਂ ਦੀ ਮਰਜ਼ੀ ਦੇ ਖਿਲਾਫ ਹੋਇਆ ਸੀ। ਦਾਦੀ ਨੇ ਇਹ ਵਿਆਹ ਕੀਤਾ ਸੀ। ਮੇਰੀ ਦਾਦੀ ਜਾਤ ਪਾਤ 'ਚ ਵਿਸ਼ਵਾਸ ਰੱਖਣ ਵਾਲਿਆਂ 'ਚੋਂ ਸੀ। ਮੇਰੀ ਦਾਦੀ ਨੂੰ ਆਪਣੀ ਬਿਰਾਦਰੀ ਬਹੁਤ ਪਿਆਰੀ ਸੀ ਤੇ ਇਸੇ ਬਿਰਾਦਰੀ ਦਾ ਮਾਣ ਰੱਖਣ ਲਈ ਮੇਰੀ ਭੂਆ ਨੂੰ ਦਾਦੀ ਨੇ ਇੱਕ ਅਣਚਾਹੇ ਬੰਧਨ 'ਚ ਬੰਨ੍ਹ ਦਿੱਤਾ ਸੀ। ਮੇਰੀ ਮਾਂ ਤੇ ਤਾਈ ਦੀ ਵੀ ਕਦੇ ਆਪਸ 'ਚ ਨਹੀਂ ਬਣੀ ਸੀ, ਕਿਉਂਕਿ ਗੱਲ ਇਹ ਸੀ ਕਿ ਮੇਰੀ ਮਾਂ ਤੇ ਤਾਈ ਆਪਸ 'ਚ ਚਾਚੇ ਤਾਏ ਦੀਆਂ ਕੁੜੀਆਂ ਸਨ ਤੇ ਉਹਨਾਂ ਦੋਵਾਂ ਦੀ ਸ਼ੁਰੂ ਤੋਂ ਹੀ ਨਹੀਂ ਬਣੀ ਸੀ। ਕਿਸਮਤ ਨੇ ਅਜਿਹੀ ਖੇਡ ਰਚਾਈ ਕਿ ਉਹਨਾਂ ਦੋਵਾਂ ਦਾ ਵਿਆਹ ਇੱਕ ਹੀ ਪਰਿਵਾਰ 'ਚ ਹੋਇਆ ਤੇ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਦਰਾਣੀ ਜਠਾਣੀ ਬਣ ਕੇ ਇੱਕ ਹੀ ਘਰ 'ਚ ਇਕੱਠੇ ਰਹਿਣਾ ਪਿਆ। ਭਾਵੇਂ ਮਾਂ ਤੇ ਤਾਈ ਜੀ 'ਚ ਲੜਾਈ ਝਗੜਾ ਰਹਿੰਦਾ ਸੀ, ਪਰ ਸਾਡੇ ਬੱਚਿਆਂ 'ਚ ਕਦੇ ਵੀ ਕੋਈ ਲੜਾਈ ਝਗੜਾ ਨਹੀਂ ਹੋਇਆ ਸੀ ਤੇ ਅਸੀਂ ਬਹੁਤ ਹੀ ਪਿਆਰ ਨਾਲ ਰਹਿੰਦੇ ਸੀ। ਮੇਰੀ ਤਾਈ ਦੀ ਕੁੜੀ ਸਾਰਿਕਾ ਮੇਥੋਂ 2 ਸਾਲ ਵੱਡੀ ਸੀ। ਉਸ ਦੇ 2 ਭਰਾ ਸਨ, ਇੱਕ ਉਸ ਤੋਂ ਵੱਡਾ ਤੇ ਇੱਕ ਛੋਟਾ ਸੀ। ਵੱਡਾ ਭਰਾ ਰਾਹੁਲ ਕਾਲਜ 'ਚ ਪੜ੍ਹਦਾ ਸੀ। ਉਹ ਪੜ੍ਹਾਈ 'ਚ ਬਹੁਤ ਤੇਜ਼ ਤੇ ਹੁਸ਼ਿਆਰ ਸੀ, ਪਰ ਮੇਰਾ ਤੇ ਸਾਰਿਕਾ ਦਾ ਪੜ੍ਹਾਈ 'ਚ ਬਹੁਤਾ ਮਨ ਨਹੀਂ ਲੱਗਦਾ ਸੀ। ਸਮਾਂ ਇਸ ਤਰ੍ਹਾਂ ਹੀ ਲੰਘ ਰਿਹਾ ਸੀ। ਅਸੀਂ ਸਕੂਲ ਤੋਂ ਕਾਲਜ 'ਚ ਦਾਖਲਾ ਲੈ ਲਿਆ ਸੀ। ਇੱਕ ਦਿਨ ਅਜੀਬ ਜਿਹੀ ਗੱਲ ਹੋਈ ਕਿ ਮੇਰੇ ਚਾਚਾ ਜੀ ਨੇ ਘਰ 'ਚ ਕਿਸੇ ਨੂੰ ਦੱਸੇ ਬਿਨਾਂ ਵਿਆਹ ਕਰ ਲਿਆ। ਇਸ ਗੱਲ ਦਾ ਘਰ 'ਚ ਸਾਰਿਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਉਹ ਆਪਣੀ ਨਵੀਂ ਵਹੁਟੀ ਨੂੰ ਲੈ ਕੇ ਘਰ ਆਈ। ਦਾਦੀ ਨੇ ਚਾਚੇ ਨੂੰ ਪਹਿਲਾਂ ਤਾਂ ਬਹੁਤ ਗੱਲਾਂ ਸੁਣਾਈਆਂ, ਪਰ ਬਾਅਦ 'ਚ ਪੁੱਛਿਆ ਕਿ ਤੂੰ ਇਸ ਨੂੰ ਰੱਖੇਂਗਾ ਕਿੱਥੇ? ਇਸ ਘਰ 'ਚ ਤਾਂ ਜਗ੍ਹਾ ਹੀ ਨਹੀਂ ਹੈ। ਚਾਚੇ ਨੇ ਕਿਹਾ ਕਿ ਇੱਥੇ ਹੀ ਰੱਖਾਂਗਾ। ਇਸ ਗੱਲ ਤੇ ਦਾਦੀ ਨੇ ਉਹਨਾਂ ਨੂੰ ਘੂਰ ਕੇ ਦੇਖਿਆ ਤਾਂ ਚਾਚਾ ਜੀ ਨੇ ਕਿਹਾ ਕਿ ਅਜੇ ਤਾਂ ਸ਼ਹਿਰ 'ਚ ਰੱਖਾਂਗਾ, ਪਰ ਕੁਝ ਸਮੇਂ ਬਾਅਦ ਮੈਂ ਇਸ ਨੂੰ ਇੱਥੇ ਲੈ ਕੇ ਆਵਾਂਗਾ। ਇੱਕ ਦਿਨ ਰੁਕ ਕੇ ਚਾਚਾ ਚਾਚੀ ਨੂੰ ਲੈ ਕੇ ਸ਼ਹਿਰ ਚਲਾ ਗਿਆ। ਹੁਣ ਪਰੇਸ਼ਾਨੀ ਇਹ ਸੀ ਕਿ ਜੇਕਰ ਚਾਚਾ ਚਾਚੀ ਆਏ ਤਾਂ ਉਹ ਰਹਿਣਗੇ ਕਿੱਥੇ, ਕਿਉਂਕਿ ਘਰ 'ਚ ਉਹਨਾਂ ਲਈ ਜਗ੍ਹਾ ਨਹੀਂ ਸੀ। ਇਸ ਗੱਲ ਦਾ ਹੱਲ ਮੇਰੀ ਮਾਂ ਨੇ ਕੁਝ ਇਸ ਤਰ੍ਹਾਂ ਕੱਢਿਆ ਕਿ ਬੱਚਿਆਂ ਦੇ ਪੇਪਰ ਖਤਮ ਹੋਣ ਤੋਂ ਬਾਅਦ ਬੱਚਿਆਂ ਨੂੰ ਉਹਨਾਂ ਦੇ ਨਾਨਕੇ ਭੇਜ ਦਿਆਂਗੇ ਤੇ ਫਿਰ ਬਾਅਦ ਦੀ ਬਾਅਦ 'ਚ ਦੇਖੀ ਜਾਵੇਗੀ। ਪੇਪਰ ਖਤਮ ਹੋਣ ਤੋਂ ਬਾਅਦ ਚਾਚਾ ਚਾਚੀ ਸ਼ਹਿਰ ਤੋਂ ਵਾਪਸ ਆ ਗਏ ਤੇ ਮੈਨੂੰ ਮਾਮਾ ਜੀ ਦੇ ਘਰ ਜਾਣਾ ਪਿਆ। ਮੇਰੇ ਪਿਤਾ ਜੀ ਤੇ ਛੋਟਾ ਭਰਾ ਮੈਨੂੰ ਮੇਰੇ ਮਾਮਾ ਦੇ ਘਰ ਛੱਡਣ ਗਏ। ਸਟੇਸ਼ਨ ਤੇ ਮੇਰੇ ਮਾਮਾ ਤੇ ਮਾਮੀ ਮੈਨੂੰ ਲੈਣ ਆਏ। ਉਸ ਦਿਨ ਦੂਜੀ ਵਾਰ ਮੈਂ ਆਪਣੀ ਮਾਮੀ ਨੂੰ ਦੇਖਿਆ ਸੀ। ਇਸ ਤੋਂ ਪਹਿਲਾਂ ਇੱਕ ਵਾਰ ਮੈਂ ਉਹਨਾਂ ਨੂੰ ਆਪਣੀ ਭੂਆ ਦੇ ਵਿਆਹ 'ਚ ਦੇਖਿਆ ਸੀ।
ਉਦੋਂ ਵੀ ਮਾਮਾ ਤੇ ਮਾਮੀ ਇੱਕ ਰਾਤ ਰੁਕ ਕੇ ਵਾਪਸ ਚਲੇ ਗਏ ਸਨ, ਕਿਉਂਕਿ ਮਾਮਾ ਜੀ ਜਦੋਂ ਵੀ ਸਾਨੂੰ ਮਿਲਣ ਸਾਡੇ ਘਰ ਆਉਂਦੇ ਤਾਂ ਇਕੱਲੇ ਹੀ ਆਉਂਦੇ ਸਨ। ਮਾਮਾ ਜੀ ਮੈਨੂੰ ਤੇ ਪਿਤਾ ਜੀ ਨੂੰ ਲੈ ਕੇ ਘਰ ਗਏ। ਦੁਪਹਿਰ ਦਾ ਖਾਣਾ ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਖਾਧਾ। ਮਾਮੀ ਮੈਨੂੰ ਬਹੁਤ ਪਿਆਰ ਨਾਲ ਮਿਲੀ ਸੀ। ਮੇਰੀ ਮਾਮੀ ਮੇਰੀ ਮਾਂ ਤੇ ਤਾਈ ਦੇ ਬਿਲਕੁਲ ਉਲਟ ਸੀ। ਉਹ ਬਹੁਤ ਹੀ ਮਿਹਰਬਾਨ ਤੇ ਚੰਗੀ ਔਰਤ ਸੀ। ਕਦੇ ਕਦੇ ਤਾਂ ਉਹਨਾਂ ਮੈਨੂੰ ਆਪਣੀ ਭੂਆ ਦੀ ਝਲਕ ਦਿਸਦੀ ਸੀ। ਉਹ ਮੇਰਾ ਬਹੁਤ ਖਿਆਲ ਰੱਖਦੀ ਸੀ ਤੇ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੀ ਸੀ। ਸਾਰਿਕਾ ਵੀ ਮੈਨੂੰ ਰੋਜ਼ ਹੀ ਫੋਨ ਕਰਦੀ ਸੀ ਤੇ ਕਹਿੰਦੀ ਸੀ ਕਿ ਤੂੰ ਮੈਨੂੰ ਮਾਂ ਤੇ ਚਾਚੀ ਦੀ ਲੜਾਈ 'ਚ ਇਕੱਲਾ ਛੱਡ ਗਈ। ਮੈਂ ਉਸਨੂੰ ਕਹਿੰਦੀ ਕਿ ਮੈਂ ਜਲਦ ਵਾਪਸ ਆਵਾਂਗੀ, ਕਿਉਂਕਿ ਮੈਂ ਤਾਂ ਇੱਥੇ ਕੁਝ ਹੀ ਦਿਨਾਂ ਲਈ ਆਈ ਹਾਂ। ਪਰ ਮੇਰੀ ਕਿਸਮਤ ਨੇ ਮੇਰੇ ਲਈ ਕੁਝ ਹੋਰ ਹੀ ਸੋਚ ਰੱਖਿਆ ਸੀ। ਮੇਰੀ ਮਾਮੀ ਦੇ ਕੋਈ ਔਲਾਦ ਨਹੀਂ ਸੀ, ਜਿਸ ਕਰਕੇ ਉਹ ਇਕੱਲੇਪਨ 'ਚ ਆਪਣਾ ਸਮਾਂ ਲੰਘਾ ਰਹੀ ਸੀ। ਇਸ ਲਈ ਮੇਰੇ ਘਰ ਆਉਣ ਨਾਲ ਮਾਮੀ ਬਹੁਤ ਖੁਸ਼ ਹੋ ਗਈ ਸੀ। ਮਾਮਾ ਜੀ ਤਾਂ ਆਪਣੇ ਕੰਮਾਂ 'ਚ ਰੁੱਝੇ ਰਹਿੰਦੇ ਸਨ ਤੇ ਉਹ ਸ਼ਾਇਦ ਇਹ ਭੁੱਲ ਹੀ ਚੁੱਕੇ ਸਨ ਕਿ ਉਹਨਾਂ ਦੀ ਪਤਨੀ ਸਮੇਂ ਤੋਂ ਪਹਿਲਾਂ ਹੀ ਬਜ਼ੁਰਗ ਹੋ ਰਹੀ ਹੈ। ਕਦੇ ਕਦੇ ਆਪਣਿਆਂ ਦੀ ਲਾਪਰਵਾਹੀ ਸਾਨੂੰ ਸਮਾਂ ਤੋਂ ਪਹਿਲਾਂ ਹੀ ਥਕਾ ਦਿੰਦੀ ਹੈ। ਕਦੇ ਕਦੇ ਮੈਨੂੰ ਆਪਣੀ ਮਾਮੀ ਤੇ ਬਹੁਤ ਤਰਸ ਆਉਂਦਾ ਸੀ, ਜੋ ਬਸ ਘਰ ਦੀ ਚਾਰਦੀਵਾਰੀ 'ਚ ਹੀ ਕੈਦ ਹੋ ਕੇ ਰਹਿ ਗਈ ਸੀ। ਮੇਰੇ ਮਾਮਾ ਮਾਮੀ ਨੂੰ ਵਿਆਹ ਕੇ ਇੰਨੀ ਦੂਰ ਲੈ ਆ ਗਏ ਸਨ ਕਿ ਉਹਨਾਂ ਦਾ ਉਹਨਾਂ ਦੇ ਰਿਸ਼ਤੇਦਾਰ ਨਾਲ ਮੇਲ ਜੋਲ ਵੀ ਨਾ ਹੁੰਦਾ। ਇਹੀ ਕਾਰਨ ਸੀ ਕਿ ਮੇਰੇ ਆਉਣ ਨਾਲ ਮੇਰੀ ਮਾਮੀ ਬਹੁਤ ਜ਼ਿਆਦਾ ਖੁਸ਼ ਸੀ। ਮੇਰੇ ਮਾਮਾ ਦੇ ਘਰ ਦੇ ਬਰਾਬਰ ਹੀ ਇੱਕ ਔਰਤ ਰਹਿੰਦੀ ਸੀ ਜੋ ਲੜਕੀਆਂ ਨੂੰ ਸਿਲਾਈ ਕਢਾਈ ਸਿਖਾਉਣ ਦਾ ਕੰਮ ਕਰਦੀ ਸੀ। ਮੈਂ ਮਾਮੀ ਨੂੰ ਕਹਿ ਕੇ ਉਸ ਔਰਤ ਕੋਲ ਸਿਲਾਈ ਕਢਾਈ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਪਰ ਮੈਨੂੰ ਉੱਥੇ ਵੀ ਹਰ ਸਮੇਂ ਮਾਮੀ ਦਾ ਖਿਆਲ ਰਹਿੰਦਾ ਕਿ ਮੇਰੀ ਗੈਰ ਮੌਜੂਦਗੀ 'ਚ ਮਾਮੀ ਘਰ 'ਚ ਇਕੱਲੀ ਹੋਵੇਗੀ। ਮਾਮਾ ਜੀ ਤਾਂ ਸਵੇਰ ਦੇ ਗਏ ਸ਼ਾਮ ਨੂੰ ਘਰ ਆਉਂਦੇ ਸਨ ਤੇ ਇਸ ਦਰਮਿਆਨ ਮੇਰੀਆਂ ਮਾਮੀ ਨਾਲ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਸਨ। ਦਿਨ ਤਾਂ ਬਿਲਕੁਲ ਠੀਕ ਹੀ ਲੰਘ ਰਹੇ ਸਨ, ਪਰ ਜਿਵੇਂ ਹੀ ਸ਼ਾਮ ਦਾ ਸਮਾਂ ਹੋਣ ਲੱਗਦਾ ਤਾਂ ਇੱਕ ਬਹੁਤ ਹੀ ਅਜੀਬ ਗੱਲ ਹੁੰਦੀ। ਉਹ ਇਹ ਸੀ ਕਿ ਮਾਮੀ ਮੈਨੂੰ ਛੇਤੀ ਛੇਤੀ ਖਾਣਾ ਖਵਾ ਕੇ ਮਾਮਾ ਜੀ ਦੇ ਆਉਣ ਤੋਂ ਪਹਿਲਾਂ ਉੱਪਰ ਬਣੇ ਇੱਕ ਕਮਰੇ 'ਚ ਭੇਜ ਦਿੰਦੀ ਸੀ। ਮਾਮੀ ਦੇ ਰੋਜ਼ਾਨਾ ਮੇਰੇ ਨਾਲ ਇਸ ਰਵੱਈਏ ਦੀ ਮੈਨੂੰ ਸਮਝ ਨਹੀਂ ਆ ਰਹੀ ਸੀ ਤੇ ਨਾ ਹੀ ਮੈਂ ਮਾਮੀ ਤੋਂ ਪੁੱਛ ਸਕਦੀ ਸੀ। ਇੱਕ ਵਾਰ ਰਾਤ ਦੇ ਸਮੇਂ ਪਿਆਸ ਲੱਗਣ ਕਰਕੇ ਮੈਨੂੰ ਮਜਬੂਰਨ ਉੱਪਰ ਵਾਲੇ ਕਮਰੇ 'ਚੋਂ ਹੇਠਾਂ ਰਸੋਈ 'ਚ ਆਉਣਾ ਪਿਆ। ਮੈਂ ਰਸੋਈ ਵੱਲ ਆਈ ਤਾਂ ਮੈਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣੀ। ਮੈਂ ਅੰਦਾਜ਼ਾ ਲਾਉਣਾ ਚਾਹਿਆ ਕਿ ਇਹ ਆਵਾਜ਼ ਕਿੱਧਰੋਂ ਆ ਰਹੀ ਹੈ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਆਵਾਜ਼ ਤਾਂ ਮਾਮੀ ਦੇ ਕਮਰੇ 'ਚੋਂ ਆ ਰਹੀ ਹੈ। ਮੈਂ ਜਿਵੇਂ ਹੀ ਮਾਮੀ ਦੇ ਕਮਰੇ ਕੋਲ ਗਈ ਤਾਂ ਦਰਵਾਜ਼ਾ ਥੋੜਾ ਜਿਹਾ ਸਾਈਡ ਤੋਂ ਖੁੱਲਾ ਹੋਇਆ ਸੀ। ਮੈਂ ਹੈਰਾਨੀ ਤੇ ਪਰੇਸ਼ਾਨੀ ਨਾਲ ਮਾਮੀ ਦੇ ਕਮਰੇ ਦੇ ਅੰਦਰ ਦਾ ਜੋ ਦ੍ਰਿਸ਼ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮਾਮੀ ਦੀ ਜ਼ਿੰਦਗੀ ਇੰਨੀ ਤਕਲੀਫ ਵਾਲੀ ਹੈ। ਮੇਰੀ ਮਾਮੀ ਵੀ ਸਮਾਜ ਦੀਆਂ ਉਹਨਾਂ 70% ਔਰਤਾਂ 'ਚੋਂ ਸੀ ਜੋ ਆਪਣੇ ਪਤੀ ਤੋਂ ਕੁੱਟ ਖਾ ਕੇ ਆਪਣੇ ਹੰਝੂ ਲੁਕੋ ਕੇ ਲੋਕਾਂ ਦੇ ਡਰੋਂ ਸ਼ਾਂਤ ਰਹਿੰਦੀਆਂ ਹਨ। ਮੈਂ ਥੋੜਾ ਜਿਹਾ ਹੋਰ ਅੰਦਰ ਖਿਸਕ ਕੇ ਦੇਖਿਆ ਤਾਂ ਹੁਣ ਅੰਦਰ ਦਾ ਦ੍ਰਿਸ਼ ਸਾਫ਼ ਦਿਖਾਈ ਦੇ ਰਿਹਾ ਸੀ। ਮਾਮੀ ਬੇਚਾਰੀ ਜ਼ਮੀਨ ਤੇ ਪਈ ਰੋ ਰਹੀ ਸੀ ਤੇ ਮਾਮਾ ਬੇਦਰਦੀ ਨਾਲ ਮਾਮੀ ਨੂੰ ਕੁੱਟ ਰਿਹਾ ਸੀ। ਅੰਦਰ ਦਾ ਇਹ ਦ੍ਰਿਸ਼ ਦੇਖ ਕੇ ਮੇਰੇ ਮੂੰਹੋਂ ਚੀਕ ਨਿਕਲਣ ਵਾਲੀ ਸੀ ਕਿ ਮੈਂ ਆਪਣਾ ਹੱਥ ਆਪਣੇ ਮੂੰਹ ਤੇ ਰੱਖ ਲਿਆ ਤੇ ਆਪਣੀ ਚੀਕ ਨੂੰ ਰੋਕਿਆ ਤੇ ਭੱਜ ਕੇ ਉੱਪਰ ਆਪਣੇ ਕਮਰੇ 'ਚ ਜਾ ਕੇ ਜ਼ਮੀਨ ਤੇ ਹੀ ਇੱਕ ਪਾਸੇ ਬੈਠ ਗਈ। ਮੈਂ ਬਿਲਕੁਲ ਬਦਹਵਾਸ ਹੋ ਗਈ ਸੀ ਤੇ ਮੇਰੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ। ਮਾਮੇ ਦਾ ਇਹ ਰੂਪ ਮੇਰੇ ਲਈ ਬਹੁਤ ਹੀ ਜ਼ਿਆਦਾ ਤਕਲੀਫ ਦੇਣ ਵਾਲਾ ਸੀ। ਬਾਹਰ ਤੋਂ ਬਹੁਤ ਹੀ ਨਰਮ ਦਿਲ ਦਿਸਣ ਵਾਲੇ ਮੇਰੇ ਮਾਮੇ ਦਾ ਅਸਲ ਰੂਪ ਇਹ ਹੋਵੇਗਾ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ। ਮੈਂ ਸਾਰੀ ਰਾਤ ਉੱਥੇ ਜ਼ਮੀਨ ਤੇ ਬੈਠੀ ਰੋਂਦੀ ਰਹੀ। ਮਾਮਾ ਮਾਮੀ ਦੇ ਵਿਆਹ ਨੂੰ 12 ਸਾਲ ਹੋ ਗਏ ਸਨ ਤੇ ਪਤਾ ਨਹੀਂ ਮਾਮੀ ਕਦੋਂ ਤੋਂ ਮਾਮੇ ਦੀ ਇਹ ਕੁੱਟਮਾਰ ਸਹਿ ਰਹੀ ਸੀ। ਇਸ ਸਭ ਦੇ ਬਾਵਜੂਦ ਵੀ ਮਾਮੀ ਨੇ ਅੱਜ ਤੱਕ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਸੀ। ਉਹ ਬਹੁਤ ਸਬਰ ਤੇ ਸ਼ੁਕਰ ਕਰਨ ਵਾਲੀ ਔਰਤ ਸੀ। ਪਰ ਹੁਣ ਗੱਲ ਹੱਦ ਤੋਂ ਜ਼ਿਆਦਾ ਅੱਗੇ ਵੱਧ ਗਈ ਸੀ। ਹੁਣ ਤਾਂ ਮਾਮੀ ਦੀ ਜਵਾਨੀ ਦਾ ਸੂਰਜ ਵੀ ਢਲ ਚੁੱਕਾ ਸੀ। ਮਾਮੇ ਨੂੰ ਹੁਣ ਤਾਂ ਮਾਮੀ ਦੀ ਵੱਧਦੀ ਉਮਰ ਦਾ ਖਿਆਲ ਰੱਖਣਾ ਚਾਹੀਦਾ ਸੀ। ਮਾਮਾ ਸ਼ਾਇਦ ਉਹਨਾਂ ਮਰਦਾਂ 'ਚੋਂ ਸੀ ਜੋ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਹਨ। ਮੈਂ ਅਜਿਹੇ ਮਰਦਾਂ ਬਾਰੇ ਸੁਣ ਤਾਂ ਰੱਖਿਆ ਸੀ, ਪਰ ਅੱਜ ਪਹਿਲੀ ਵਾਰ ਅਜਿਹਾ ਮਰਦ ਦੇਖਿਆ ਸੀ। ਭਾਵੇਂ ਮੇਰੇ ਪਿਤਾ ਜੀ ਤੇ ਤਾਇਆ ਜੀ ਮੇਰੀ ਮਾਂ ਤੇ ਤਾਈ ਤੇ ਰੋਹਬ ਤੇ ਦਬਦਬਾ ਰੱਖਦੇ ਸਨ, ਉਹਨਾਂ ਕਦੇ ਵੀ ਉਹਨਾਂ ਨਾਲ ਕੁੱਟਮਾਰ ਜਾਂ ਉਹਨਾਂ ਨੂੰ ਬੇਇੱਜ਼ਤ ਨਹੀਂ ਕੀਤਾ ਸੀ। ਉਸ ਰਾਤ ਉੱਥੇ ਬੈਠੇ ਬੈਠੇ ਮੇਰਾ ਦਿਲ ਵਿਆਹ ਕਰਨ ਤੋਂ ਬਿਲਕੁਲ ਉੱਠ ਗਿਆ ਸੀ।
ਮੈਂ ਉਸੇ ਸਮੇਂ ਫੈਸਲਾ ਕੀਤਾ ਸੀ ਕਿ ਮੈਂ ਆਪਣੀ ਜ਼ਿੰਦਗੀ 'ਚ ਹੁਣ ਕਦੇ ਵਿਆਹ ਨਹੀਂ ਕਰਾਂਗੀ। ਸਵੇਰ ਹੁੰਦੇ ਹੀ ਮੈਂ ਸਭ ਤੋਂ ਪਹਿਲਾਂ ਮਾਮੀ ਦੀ ਭਾਲ 'ਚ ਰਸੋਈ 'ਚ ਗਈ। ਮੈਂ ਦੇਖਿਆ ਕਿ ਮਾਮੀ ਮਾਮੇ ਲਈ ਨਾਸ਼ਤਾ ਬਣਾ ਰਹੀ ਸੀ। ਮੈਂ ਮਾਮੀ ਦਾ ਚਿਹਰਾ ਦੇਖਿਆ ਤਾਂ ਮੈਨੂੰ ਉਹਨਾਂ ਦਾ ਦੁੱਖ ਉਹਨਾਂ ਦੇ ਚਿਹਰੇ ਤੇ ਸਾਫ਼-ਸਾਫ਼ ਦਿਖਾਈ ਦਿੱਤਾ। ਉਹਨਾਂ ਨੇ ਨਾਸ਼ਤਾ ਬਣਾ ਕੇ ਮੈਨੂੰ ਦਿੱਤਾ ਕਿ ਮੈਂ ਮਾਮੇ ਦੇ ਕਮਰੇ 'ਚ ਦੇ ਆਵਾਂ ਤੇ ਫਿਰ ਮੇਰੇ ਲਈ ਵੀ ਨਾਸ਼ਤਾ ਬਣਾਉਣ ਲੱਗੀ। ਮੈਂ ਨਾਸ਼ਤੇ ਦੀ ਟਰੇ ਉਠਾਈ ਤੇ ਮਾਮੇ ਦੇ ਕਮਰੇ ਵੱਲ ਜਾਣ ਲੱਗੀ। ਦਰਵਾਜ਼ਾ ਅੱਧਾ ਖੁੱਲ੍ਹਾ ਹੋਇਆ ਸੀ। ਮੈਂ ਦਰਵਾਜ਼ੇ ਦੇ ਸਾਹਮਣੇ ਜਾ ਕੇ ਇੱਕਦਮ ਰੁਕ ਗਈ। ਮੇਰੀਆਂ ਅੱਖਾਂ ਦੇ ਸਾਹਮਣੇ ਰਾਤ ਦਾ ਦ੍ਰਿਸ਼ ਆ ਗਿਆ। ਮੈਂ ਕਿਵੇਂ ਨਾ ਕਿਵੇਂ ਅੰਦਰ ਜਾ ਕੇ ਮਾਮੇ ਦੇ ਸਾਹਮਣੇ ਵਾਲੀ ਟੇਬਲ ਤੇ ਨਾਸ਼ਤਾ ਰੱਖ ਦਿੱਤਾ। ਮਾਮਾ ਹੱਥ 'ਚ ਅਖਬਾਰ ਲੈ ਕੇ ਹੈਡਲਾਈਨ ਪੜ੍ਹ ਰਹੇ ਸਨ। ਮੇਰੇ ਆਉਣ ਤੇ ਅੱਖ ਚੱਕ ਕੇ ਇੱਕ ਪਲ ਲਈ ਮੈਨੂੰ ਦੇਖਿਆ ਤੇ ਫਿਰ ਦੁਬਾਰਾ ਅਖਬਾਰ ਪੜ੍ਹਨ ਲੱਗੀ। ਉਸ ਦਿਨ ਮੈਂ ਮਾਮੀ ਦੀ ਜਾਂਚ ਪੜਤਾਲ ਕਰਨ 'ਚ ਕੱਢਿਆ। ਮੈਂ ਉਹਨਾਂ ਤੋਂ ਕੁਝ ਪੁੱਛਣ ਤੇ ਨਾ ਪੁੱਛਣ ਦੇ ਵਿਚਾਰ 'ਚ ਹੀ ਉਲਝੀ ਰਹੀ। ਇਸੇ ਤਰ੍ਹਾਂ ਰਾਤ ਹੋ ਗਈ ਤੇ ਮਾਮੀ ਦੇ ਕਹਿਣ ਤੋਂ ਪਹਿਲਾਂ ਹੀ ਮੈਂ ਰਾਤ ਦਾ ਖਾਣਾ ਖਾ ਕੇ ਉੱਪਰ ਵਾਲੇ ਕਮਰੇ 'ਚ ਜਾ ਕੇ ਪੈ ਗਈ। ਮੈਂ ਕੁਝ ਦੇਰ ਸੋਚ ਵਿਚਾਰ 'ਚ ਲੰਘਾ ਦਿੱਤੀ ਤੇ ਫਿਰ ਮੋਬਾਈਲ ਉਠਾ ਕੇ ਸਾਰਿਕਾ ਨੂੰ ਫੋਨ ਕੀਤਾ। ਉਸ ਨਾਲ ਕੁਝ ਦੇਰ ਗੱਲ ਕਰਨ ਤੋਂ ਬਾਅਦ ਮੇਰਾ ਦਿਲ ਹਲਕਾ ਜਿਹਾ ਹੋ ਗਿਆ। ਜਦੋਂ ਅੱਧੀ ਰਾਤ ਦਾ ਸਮਾਂ ਹੋਇਆ ਤਾਂ ਮੈਂ ਹੌਲੀ-ਹੌਲੀ ਬਾਹਰ ਆਈ ਤੇ ਅੱਜ ਫਿਰ ਉਹੀ ਦ੍ਰਿਸ਼ ਸੀ। ਮਾਮੀ ਦੇ ਕਮਰੇ 'ਚੋਂ ਰੋਣ ਦੀ ਆਵਾਜ਼ ਆ ਰਹੀ ਸੀ। ਮੈਂ ਹੌਲੀ ਦੇਣੇ ਅੰਦਰ ਦੇਖਿਆ ਤਾਂ ਕੱਲ ਵਾਂਗ ਹੀ ਸਾਰਾ ਦ੍ਰਿਸ਼ ਸੀ। ਮੈਂ ਭੱਜ ਕੇ ਆਪਣੇ ਕਮਰੇ 'ਚ ਆ ਗਈ। ਮੈਂ ਸੌਣ ਤੋਂ ਪਹਿਲਾਂ ਆਪਣੇ ਆਪ ਨਾਲ ਇੱਕ ਪੱਕਾ ਵਾਅਦਾ ਕੀਤਾ ਸੀ ਕਿ ਚਾਹੇ ਕੱਲ ਨੂੰ ਕੁਝ ਵੀ ਹੋ ਜਾਵੇ ਮੈਂ ਮਾਮੀ ਨਾਲ ਇਸ ਸੰਬੰਧੀ ਗੱਲ ਕਰਕੇ ਹੀ ਰਹਾਂਗੀ। ਅਗਲੇ ਦਿਨ ਜਿਵੇਂ ਹੀ ਮਾਮਾ ਦਫ਼ਤਰ ਜਾਣ ਲਈ ਨਿਕਲਿਆ ਤਾਂ ਮੈਂ ਮਾਮੀ ਨੂੰ ਕਿਹਾ ਕਿ ਸਾਰੇ ਕੰਮ ਛੱਡ ਕੇ ਮੇਰੇ ਕੋਲ ਆ ਕੇ ਬੈਠ ਜਾਓ। ਮੈਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ। ਮਾਮੀ ਮੇਰੀ ਗੱਲ ਸੁਣ ਕੇ ਮੇਰੇ ਨਾਲ ਵਿਹੜੇ 'ਚ ਆ ਕੇ ਬੈਠ ਗਈ। ਮਾਮੀ ਨੇ ਮੈਨੂੰ ਕਿਹਾ ਕਿ ਕੀ ਗੱਲ ਹੈ, ਘਰੇ ਸਭ ਠੀਕ ਤਾਂ ਹੈ? ਮੈਂ ਕਿਹਾ ਕਿ ਮਾਮੀ ਜੀ ਘਰ ਸਭ ਠੀਕ ਹੈ। ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਤੁਹਾਡੇ ਬਾਰੇ ਕੋਈ ਗੱਲ ਕਰਨੀ ਹੈ। ਮਾਮੀ ਹੈਰਾਨੀ ਨਾਲ ਬੋਲੀ ਕਿ ਮੇਰੇ ਬਾਰੇ 'ਚ? ਮੈਂ ਕਿਹਾ ਕਿ ਤੁਸੀਂ ਮੈਨੂੰ ਦੱਸੋ ਕਿ ਮਾਮਾ ਦੇ ਤੁਹਾਡੇ ਨਾਲ ਇਸ ਸਲੂਕ ਦਾ ਅਸਲ ਕਾਰਨ ਕੀ ਹੈ ਤੇ ਉਹ ਕਦੋਂ ਤੋਂ ਤੁਹਾਨੂੰ ਇਸ ਤਰ੍ਹਾਂ ਕੁੱਟ ਮਾਰ ਰਹੇ ਹਨ। ਮੇਰੇ ਮੂੰਹੋਂ ਇਹ ਗੱਲ ਸੁਣ ਕੇ ਮਾਮੀ ਦਾ ਰੰਗ ਹੀ ਉੱਡ ਗਿਆ। ਮਾਮੀ ਨੇ ਕਿਹਾ ਕਿ ਬੇਟਾ ਤੈਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ? ਤਾਂ ਮਾਮੀ ਨੂੰ ਮੈਂ ਉਸ ਰਾਤ ਬਾਰੇ ਦੱਸਿਆ ਤੇ ਕਿਹਾ ਕਿ ਮੈਂ ਮਾਮੇ ਨੂੰ ਤੁਹਾਨੂੰ ਮਾਰਦੇ ਹੋਏ ਦੇਖ ਲਿਆ ਸੀ। ਹੁਣ ਮੈਨੂੰ ਸਮਝ ਆਇਆ ਕਿ ਤੁਸੀਂ ਰਾਤ ਨੂੰ ਕਿਉਂ ਮਾਮੇ ਦੇ ਆਉਣ ਤੋਂ ਪਹਿਲਾਂ ਮੈਨੂੰ ਉੱਪਰ ਵਾਲੇ ਕਮਰੇ 'ਚ ਭੇਜ ਦਿੰਦੇ ਸੀ। ਹੁਣ ਤੁਸੀਂ ਇਹ ਦੱਸੋ ਕਿ ਮਾਮਾ ਤੁਹਾਨੂੰ ਕਿਸ ਗੱਲੋਂ ਮਾਰਦਾ ਹੈ? ਮੈਂ ਜ਼ਿਆਦਾ ਜ਼ੋਰ ਦੇਣ ਤੇ ਮਾਮੀ ਨੇ ਇੱਕ ਡੂੰਘਾ ਸਾਹ ਲਿਆ ਤੇ ਫਿਰ ਮੈਨੂੰ ਦੱਸਿਆ ਕਿ ਬੇਟਾ ਇਹ ਅੱਜ ਦੀ ਕਹਾਣੀ ਨਹੀਂ ਹੈ, ਇਹ ਤਾਂ ਬਹੁਤ ਪੁਰਾਣੀ ਗੱਲ ਹੈ। ਇਹ ਗੱਲ ਮੇਰੇ ਵਿਆਹ ਤੋਂ 5 ਮਹੀਨੇ ਬਾਅਦ ਦੀ ਹੈ, ਜਦੋਂ ਇੱਕ ਦਿਨ ਮਾਮੀ ਆਪਣੀ ਕਹਾਣੀ ਦੱਸਦੀ ਗਈ ਤੇ ਮੈਂ ਮਾਮੀ ਦੀ ਦਰਦ ਭਰੀ ਕਹਾਣੀ ਸੁਣਦੀ ਗਈ। ਉਸ ਦਿਨ ਮੈਨੂੰ ਬਹੁਤ ਕੁਝ ਅਜਿਹਾ ਪਤਾ ਲੱਗਿਆ ਜਿਸ ਬਾਰੇ ਪਰਿਵਾਰ 'ਚ ਕੋਈ ਵੀ ਨਹੀਂ ਜਾਣਦਾ ਸੀ। ਮਾਮੀ ਸਾਰਾ ਕੁਝ ਦੱਸਣ ਤੋਂ ਬਾਅਦ ਮੈਨੂੰ ਬੋਲੀ ਕਿ ਬੇਟਾ ਮੈਂ 12 ਸਾਲਾਂ 'ਚ ਅੱਜ ਪਹਿਲੀ ਵਾਰ ਕਿਸੇ ਕੋਲ ਆਪਣਾ ਦਿਲ ਖੋਲ੍ਹਿਆ ਹੈ। ਬੇਟਾ ਤੇਰਾ ਬਹੁਤ ਅਹਿਸਾਨ ਹੋਵੇਗਾ ਕਿ ਇਹ ਜੋ ਗੱਲਾਂ ਮੈਂ ਤੈਨੂੰ ਦੱਸੀਆਂ ਹਨ ਤੂੰ ਅੱਗੇ ਕਿਸੇ ਨੂੰ ਨਾ ਦੱਸੀ, ਖਾਸ ਕਰਕੇ ਆਪਣੀ ਮਾਂ ਨੂੰ ਤਾਂ ਬਿਲਕੁਲ ਨਾ ਦੱਸੀ। ਮੈਂ ਨਹੀਂ ਚਾਹੁੰਦੀ ਕਿ ਸਾਲਾਂ ਤੋਂ ਬਚਾਏ ਹੋਏ ਮੇਰੇ ਇਸ ਰਿਸ਼ਤੇ ਨੂੰ ਹੁਣ ਜਾ ਕੇ ਠੇਸ ਪਹੁੰਚੇ। ਮੇਰੇ ਕੋਲ ਅਜਿਹਾ ਕੋਈ ਨਹੀਂ ਜੋ ਮੇਰੇ ਨਾਲ ਖੜਾ ਹੋ ਸਕੇ। ਮੈਂ ਬੇਵਸੀ ਨਾਲ ਮਾਮੀ ਵੱਲ ਦੇਖਿਆ ਤੇ ਮਾਮੀ ਤੋਂ ਪੁੱਛਿਆ ਕਿ ਮਾਮੀ ਇੰਨੇ ਸਾਲ ਚੁੱਪਚਾਪ ਇਹ ਸਭ ਸਹਿ ਕੇ ਤੁਹਾਨੂੰ ਆਖਰ ਕੀ ਮਿਲਿਆ? ਉਲਟਾ ਆਪਣੇ ਤੇ ਜ਼ੁਲਮ ਕੀਤਾ ਹੈ। ਹੁਣ ਬਸ ਬਹੁਤ ਹੋਇਆ, ਤੁਸੀਂ ਆਪਣੀ ਪੂਰੀ ਜ਼ਿੰਦਗੀ ਇਸ ਤਰ੍ਹਾਂ ਲੰਘਾ ਦਿਓਗੇ। ਮੈਂ ਤੁਹਾਨੂੰ ਅਜਿਹਾ ਕਦੇ ਨਹੀਂ ਕਰਨ ਦਿਆਂਗੀ। ਮੇਰੀ ਗੱਲ ਸੁਣ ਕੇ ਮਾਮੀ ਨੇ ਕਿਹਾ ਕਿ ਤੂੰ ਅਜੇ ਬੱਚੀ ਹੈ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਨਹੀਂ ਸਮਝਦੀ, ਇਸ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ। ਸਾਡੇ ਸਮਾਜ ਤਲਾਕਸ਼ੁਦਾ ਔਰਤਾਂ ਦੀ ਥਾਂ ਬਹੁਤ ਮੁਸ਼ਕਲ ਨਾਲ ਬਣਦੀ ਹੈ। ਮੈਂ ਕਿਹਾ ਕਿ ਇਹ ਸਭ ਅਸੂਲ ਬਣਾਉਣ ਵਾਲੇ ਵੀ ਤਾਂ ਅਸੀਂ ਹੀ ਹਾਂ। ਜੇਕਰ ਅਸੀਂ ਸਾਰੇ ਮਜਬੂਰੀਆਂ ਨੂੰ ਕਾਰਨ ਬਣਾ ਕੇ ਇਹ ਸਭ ਨੂੰ ਇਸੇ ਤਰ੍ਹਾਂ ਹੀ ਚੱਲਦੇ ਰਹਿੰਦੇ ਆਂਗੇ ਤਾਂ ਇਹ ਸਭ ਕਦੇ ਖਤਮ ਨਹੀਂ ਹੋਵੇਗਾ। ਕਿਸੇ ਨਾ ਕਿਸੇ ਨੂੰ ਤਾਂ ਇਸ ਨੂੰ ਰੋਕਣਾ ਹੀ ਹੋਵੇਗਾ। ਜੇਕਰ ਅੱਜ ਅਸੀਂ ਆਪਣੇ ਵੱਲ ਉੱਠਣ ਵਾਲੀ ਉਂਗਲ ਨੂੰ ਨਹੀਂ ਰੋਕ ਸਕਦੇ ਤਾਂ ਕੱਲ ਨੂੰ ਪੂਰਾ ਹੱਥ ਸਾਡੇ ਵੱਲ ਹੀ ਉੱਠੇਗਾ। ਸਾਨੂੰ ਹੋਸ਼ ਹੀ ਉਦੋਂ ਆਉਂਦਾ ਹੈ ਜਦੋਂ ਪਾਣੀ ਸਿਰ ਤੋਂ ਉੱਪਰੋਂ ਦੀ ਲੰਘ ਜਾਂਦਾ ਹੈ। ਇਹ ਸਬਰ ਅਤੇ ਬਹਾਦਰੀ ਦੀ ਗੱਲ ਨਹੀਂ ਹੈ ਕਿ ਇਸ ਤਰ੍ਹਾਂ ਦਾ ਸਲੂਕ ਬਿਨਾਂ ਕਿਸੇ ਵਜ੍ਹਾ ਦੇ ਬਰਦਾਸ਼ਤ ਕੀਤਾ ਜਾਵੇ। ਮੇਰੀ ਨਜ਼ਰ 'ਚ ਤਾਂ ਇਹ ਇੱਕ
ਬੁਜ਼ਦਿਲ ਦੀ ਪਹਿਚਾਨ ਹੈ। ਤੁਹਾਡੀ ਤਾਂ ਅਜੇ ਕੋਈ ਮਜਬੂਰੀ ਵੀ ਨਹੀਂ ਤੇ ਤੁਸੀਂ ਸਿਰਫ ਇਹ ਸੋਚ ਰਹੇ ਹੋ ਕਿ ਸਮਾਜ ਕੀ ਕਹੇਗਾ। ਕਾਸ਼ ਅਸੀਂ ਇਹ ਸੋਚਣ ਦੀ ਥਾਂ ਇਹ ਸੋਚ ਲਈਏ ਕਿ ਭਗਵਾਨ ਕੀ ਕਹੇਗਾ, ਤਾਂ ਸਾਡੀ ਜ਼ਿੰਦਗੀ ਬਹੁਤ ਜ਼ਿਆਦਾ ਸੌਖੀ ਹੋ ਜਾਵੇਗੀ। ਮੇਰਾ ਇੰਨਾ ਸਮਝਾਉਣ ਦਾ ਥੋੜਾ ਬਹੁਤ ਅਸਰ ਤਾਂ ਮਾਮੀ ਤੇ ਵੀ ਹੋਇਆ। ਤਦ ਹੀ ਉਹਨਾਂ ਕਿਹਾ ਕਿ ਤੈਨੂੰ ਜੋ ਠੀਕ ਲੱਗੇ ਉਹ ਕਰ, ਪਰ ਇੱਕ ਗੱਲ ਯਾਦ ਰੱਖੀ, ਜਦੋਂ ਅਸੀਂ ਸਮਾਜ ਦੇ ਬਣਾਏ ਅਸੂਲਾਂ ਨਾਲ ਟਕਰਾਉਂਦੇ ਹਾਂ ਤਾਂ ਬਹੁਤ ਘੱਟ ਲੋਕ ਹੁੰਦੇ ਹਨ ਜੋ ਜਿੱਤ ਹਾਸਲ ਕਰਦੇ ਹਨ, ਨਹੀਂ ਤਾਂ ਜ਼ਿਆਦਾ ਨੂੰ ਦੁੱਖ ਤਕਲੀਫਾਂ ਹੀ ਮਿਲਦੀਆਂ ਹਨ। ਮੈਂ ਮਾਮੀ ਦੀ ਗੱਲ ਸੁਣ ਕੇ ਕਿਹਾ ਕਿ ਮੈਨੂੰ ਭਗਵਾਨ ਤੇ ਪੂਰਾ ਵਿਸ਼ਵਾਸ ਹੈ, ਤੁਸੀਂ ਬਸ ਦੁਆ ਕਰੋ। ਮੇਰੀ ਗੱਲ ਸੁਣ ਕੇ ਮਾਮੀ ਮੁਸਕਰਾਉਂਦੀ ਹੋਈ ਰਸੋਈ 'ਚ ਚਲੀ ਗਈ। ਅਗਲੇ ਦਿਨ ਮੈਂ ਇਸ ਮਸਲੇ ਦਾ ਹੱਲ ਕੱਢਣ ਲਈ ਸਕੀਮ ਬਣਾਉਣ 'ਚ ਲੰਘਾ ਦਿੱਤਾ। ਇਸ ਦੇ ਲਈ ਮੈਨੂੰ ਸਾਰਿਕਾ ਦੀ ਲੋੜ ਸੀ, ਇਸ ਲਈ ਮੈਂ ਉਸਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ। ਅਗਲਾ ਕਦਮ ਬਿਨਾਂ ਕਿਸੇ ਮਸਲੇ ਦੇ ਮਾਮੀ ਨੂੰ ਇੱਥੋਂ ਲੈ ਕੇ ਜਾਣਾ ਸੀ। ਇਸ ਸੰਬੰਧੀ ਸਕੀਮ ਵੀ ਮੈਂ ਬਣਾ ਲਈ ਸੀ। ਅਗਲੀ ਸਵੇਰ ਮੈਂ ਮਾਮਾ ਜੀ ਦੇ ਦਫ਼ਤਰ ਜਾਣ ਤੋਂ ਪਹਿਲਾਂ ਉਹਨਾਂ ਤੋਂ ਮਾਮੀ ਨੂੰ ਆਪਣੇ ਨਾਲ ਪਿੰਡ ਲੈ ਕੇ ਜਾਣ ਦੀ ਇਜਾਜ਼ਤ ਮੰਗੀ। ਪਹਿਲਾਂ ਤਾਂ ਮਾਮੀ ਨੇ ਸਾਫ਼ ਮਨਾ ਕਰ ਦਿੱਤਾ, ਪਰ ਥੋੜਾ ਜ਼ੋਰ ਦੇਣ ਤੇ ਉਹਨਾਂ ਨੇ ਮੇਰੀ ਗੱਲ ਮੰਨ ਲਈ। ਮੇਰੇ ਲਈ ਇਹ ਕਾਫੀ ਸੀ। ਮੈਂ ਭੱਜ ਕੇ ਮਾਮੀ ਨੂੰ ਇਹ ਗੱਲ ਦੱਸੀ ਤਾਂ ਮਾਮੀ ਜੀ ਬਹੁਤ ਖੁਸ਼ ਹੋਈ। ਅਗਲੇ ਦਿਨ ਅਸੀਂ ਦੋਵੇਂ ਆਪਣੇ ਪਿੰਡ ਪਹੁੰਚ ਗਏ। ਸਾਨੂੰ ਲੈਣ ਸਟੇਸ਼ਨ ਤੇ ਰਾਹੁਲ ਆਇਆ। ਘਰ ਆ ਕੇ ਮੈਂ ਮਹਿਸੂਸ ਕੀਤਾ ਕਿ ਮੈਂ ਇਸ ਮਾਹੌਲ ਨੂੰ ਕਿੰਨਾ ਮਿਸ ਕੀਤਾ। ਖਾਣਾ ਖਾ ਕੇ ਮੈਂ ਤੇ ਸਾਰਿਕਾ ਦਾਦੀ ਤੇ ਭੂਆ ਨਾਲ ਗੱਲਾਂ ਕਰਨ ਲੱਗੀ। ਮੈਂ ਸਾਰੀਆਂ ਗੱਲਾਂ ਦਾਦੀ ਨੂੰ ਦੱਸੀਆਂ ਤਾਂ ਦਾਦੀ ਨੇ ਮੈਨੂੰ ਕਿਹਾ ਕਿ ਹੁਣ ਤੂੰ ਫਿਕਰ ਨਾ ਕਰ, ਮੈਂ ਮੌਕਾ ਦੇਖ ਕੇ ਤੇਰੀ ਮਾਂ ਨਾਲ ਖੁਦ ਗੱਲ ਕਰਾਂਗੀ। ਦਾਦੀ ਦੀ ਗੱਲ ਸੁਣ ਕੇ ਮੇਰੀ ਸਾਰੀ ਚਿੰਤਾ ਖਤਮ ਹੋ ਗਈ ਸੀ। 2 ਦਿਨਾਂ ਬਾਅਦ ਦਾਦੀ ਨੇ ਮਾਂ ਤੇ ਮਾਮੀ ਨੂੰ ਆਪਣੇ ਕਮਰੇ 'ਚ ਬੁਲਾਇਆ ਤੇ ਹਰ ਗੱਲ ਸ਼ੁਰੂ ਤੋਂ ਮਾਂ ਨੂੰ ਦੱਸੀ। ਜਦੋਂ ਇਹ ਗੱਲ ਮਾਂ ਨੇ ਸੁਣੀ ਤਾਂ ਉਹ ਹੈਰਾਨ ਰਹਿ ਗਈ। ਮਾਂ ਤਾਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਉਹਨਾਂ ਦਾ ਭਰਾ ਇਸ ਤਰ੍ਹਾਂ ਦੀ ਹਰਕਤ ਵੀ ਕਰ ਸਕਦਾ ਹੈ। ਸਾਰੇ ਜਾਣਦੇ ਸਨ ਕਿ ਸਿਰਫ ਮਾਂ ਤੇ ਤਾਈ ਹੀ ਅਜਿਹੀਆਂ ਸਨ ਜੋ ਮਾਮਾ ਨਾਲ ਇਸ ਸੰਬੰਧੀ ਗੱਲ ਕਰਕੇ ਮਾਮੀ ਦੀ ਮਦਦ ਕਰ ਸਕਦੀਆਂ ਸਨ। ਦਾਦੀ ਤੇ ਮਾਮੀ ਦੀ ਗੱਲ ਸੁਣ ਕੇ ਮਾਂ ਨੇ ਇੱਕ ਪਲ ਸਮਾਂ ਖਰਾਬ ਕੀਤੇ ਬਿਨਾਂ ਤੁਰੰਤ ਮਾਮੀ ਨੂੰ ਫੋਨ ਕੀਤਾ ਤੇ ਤੁਰੰਤ ਪਿੰਡ ਪਹੁੰਚਣ ਦਾ ਕਿਹਾ। ਮਾਮਾ ਚਾਹੇ ਕਿੰਨਾ ਵੀ ਸਖਤ ਕਿਉਂ ਨਾ ਹੋਵੇ, ਪਰ ਮਾਂ ਦੇ ਸਾਹਮਣੇ ਮਾਮੇ ਦੀ ਇੱਕ ਨਾ ਚੱਲਦੀ ਸੀ। ਮਾਂ ਦਾ ਹੁਕਮ ਮਿਲਦੇ ਹੀ ਮਾਮਾ ਤੁਰੰਤ ਸਾਡੇ ਪਿੰਡ ਪਹੁੰਚਿਆ। ਜਿਵੇਂ ਹੀ ਮਾਮਾ ਪਿੰਡ ਆਇਆ ਤਾਂ ਮਾਂ ਨੇ ਉਹਨਾਂ ਨੂੰ ਸਾਹ ਲੈਣ ਤੱਕ ਦਾ ਮੌਕਾ ਨਾ ਦਿੱਤਾ ਤੇ ਉਹਨਾਂ ਦੀ ਕਲਾਸ ਲੈਣੀ ਸ਼ੁਰੂ ਕਰ ਦਿੱਤੀ। ਹਾਲ 'ਚ ਸਿਰਫ ਤਾਈ, ਮਾਂ ਤੇ ਮਾਮਾ ਹੀ ਸਨ ਤੇ ਹੋਰ ਸਾਰੇ ਆਪਣੇ ਕਮਰਿਆਂ 'ਚ ਸਨ। ਮੈਂ ਦਾਦੀ ਨਾਲ ਘਰ ਦੇ ਪਿਛਲੇ ਪਾਸੇ ਬਾਗ 'ਚ ਬੈਠੀ ਕੱਚੇ ਆਮ ਖਾਂਦੀ ਹੋਈ ਮਾਮੀ ਦੀਆਂ ਗੱਲਾਂ ਨੂੰ ਯਾਦ ਕਰ ਰਹੀ ਸੀ। ਮਾਮੀ ਨੇ ਉਸ ਦਿਨ ਮੇਰੇ ਜ਼ੋਰ ਦੇਣ ਤੇ ਆਪਣੀ ਜ਼ਿੰਦਗੀ ਦੀ ਕੋੜੀ ਸੱਚਾਈ ਤੋਂ ਪਰਦਾ ਚੁੱਕਿਆ। ਮੈਨੂੰ ਦੱਸਿਆ ਸੀ ਕਿ ਉਹਨਾਂ ਦੇ ਵਿਆਹ ਦੇ ਸ਼ੁਰੂ ਦੇ ਕੁਝ ਦਿਨ ਹੀ ਵਧੀਆ ਲੰਘੇ, ਜਿਵੇਂ ਨਵੇਂ ਵਿਆਹਾਂ ਦੇ ਲੰਘਦੇ ਹਨ। ਪਰ ਜਦੋਂ ਕੁਝ ਮਹੀਨੇ ਲੰਘ ਜਾਣ ਤੋਂ ਬਾਅਦ ਮੈਂ ਪ੍ਰੈਗਨੈਂਟ ਨਾ ਹੋਈ ਤਾਂ ਤੇਰਾ ਮਾਮਾ ਮੈਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਦੇ ਟੈਸਟ ਕਰਨ ਤੋਂ ਪਤਾ ਲੱਗਿਆ ਕਿ ਮੇਰੇ ਅੰਦਰ ਕੋਈ ਕਮੀ ਨਹੀਂ ਹੈ, ਮੈਂ ਬਿਲਕੁਲ ਠੀਕ ਹਾਂ। ਉਦੋਂ ਡਾਕਟਰ ਨੇ ਤੇਰੇ ਮਾਮੇ ਨੂੰ ਕਿਹਾ ਕਿ ਉਹ ਵੀ ਟੈਸਟ ਕਰਵਾ ਲਵੇ, ਤਾਂ ਪਹਿਲਾਂ ਤਾਂ ਉਹ ਨਾ ਮੰਨੇ, ਪਰ ਜ਼ਿਆਦਾ ਜ਼ੋਰ ਦੇਣ ਤੇ ਮੰਨ ਗਏ ਤੇ ਜਦੋਂ ਰਿਪੋਰਟ ਆਈ ਤਾਂ ਉਹ ਸਾਡੇ ਸੋਚਣ ਤੋਂ ਬਿਲਕੁਲ ਉਲਟ ਸੀ। ਤੇਰਾ ਮਾਮਾ ਕਦੇ ਪਿਤਾ ਨਹੀਂ ਬਣ ਸਕਦਾ ਸੀ ਤੇ ਇਹ ਸਭ ਗੱਲ ਉਹਨਾਂ ਦੀ ਮਰਦਾਨਗੀ ਤੇ ਚੋਟ ਵਾਂਗ ਲੱਗੀ। ਮੈਂ ਤਾਂ ਇਸ ਸਭ ਨੂੰ ਭਗਵਾਨ ਦੀ ਮਰਜ਼ੀ ਮੰਨ ਕੇ ਕਬੂਲ ਕਰ ਲਿਆ ਸੀ, ਪਰ ਉਹ ਇਸ ਸਭ ਨੂੰ ਕਬੂਲ ਨਹੀਂ ਕਰ ਸਕਿਆ। ਮੈਂ ਹਮੇਸ਼ਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ, ਪਰ ਉਹ ਸਮਝਦੇ ਕਿ ਮੈਂ ਉਹਨਾਂ ਦਾ ਮਜ਼ਾਕ ਉਡਾ ਰਹੀ ਹਾਂ ਤੇ ਇਸੇ ਗਲਤ ਫਹਿਮੀ ਨੇ ਉਹਨਾਂ ਦੇ ਅੰਦਰ ਇੱਕ ਚਿੜਚਿੜਾਪਨ ਪੈਦਾ ਕਰ ਦਿੱਤਾ ਸੀ ਤੇ ਉਹ ਆਪਣੀ ਇਸ ਕਮੀ ਦਾ ਗੁੱਸਾ ਮੇਰੇ ਤੇ ਕੱਢਣ ਲੱਗੇ। ਇਸ ਲਈ ਉਹਨਾਂ ਨੇ ਮੈਨੂੰ ਰੋਜ਼ ਕੁੱਟਣਾ ਸ਼ੁਰੂ ਕਰ ਦਿੱਤਾ। ਮੈਂ ਆਪਣਾ ਮੂੰਹ ਬੰਦ ਰੱਖਣ ਤੇ ਮਜਬੂਰ ਸੀ। ਮਾਮੀ ਦੀ ਜ਼ਿੰਦਗੀ ਬਹੁਤ ਤਕਲੀਫ ਵਾਲੀ ਸੀ ਤੇ ਇਸ ਲਈ ਮੈਂ ਇਹ ਕਦਮ ਉਠਾਇਆ ਸੀ ਕਿ ਮਾਮੀ ਦੀ ਜ਼ਿੰਦਗੀ 'ਚ ਥੋੜ੍ਹੀਆਂ ਖੁਸ਼ੀਆਂ ਆ ਸਕਣ, ਸ਼ਾਇਦ ਉਹਨਾਂ ਦੀ ਜ਼ਿੰਦਗੀ ਦਾ ਰੁਖ ਪਲਟ ਜਾਵੇ। ਹਾਲ 'ਚ ਮਾਮਾ ਤੇ ਮਾਂ ਦੀ ਮਿਲੀ ਜੁਲੀ ਆਵਾਜ਼ ਆ ਰਹੀ ਸੀ। ਮੈਂ ਉੱਠ ਕੇ ਸਾਰਿਕਾ ਕੋਲ ਜਾ ਕੇ ਬੈਠ ਗਈ। ਮਾਂ ਤੇ ਮਾਮਾ ਦੀ ਝੜਪ ਦਾ ਨਤੀਜਾ ਇਹ ਨਿਕਲਿਆ ਕਿ ਗੁੱਸੇ 'ਚ ਮਾਮਾ ਮਾਮੀ ਨੂੰ ਤਲਾਕ ਦੇਣ ਦਾ ਕਹਿ ਕੇ ਉੱਥੋਂ ਚਲਾ ਗਿਆ। ਕੁਝ ਦਿਨਾਂ 'ਚ ਹੀ ਉਹਨਾਂ ਦਾ ਤਲਾਕ ਵੀ ਹੋ ਗਿਆ ਤੇ ਮਾਮੀ ਗੁਆਂਢ 'ਚ ਹੀ ਕਿਰਾਏ ਦਾ ਘਰ ਲੈ ਕੇ ਉਸ 'ਚ ਰਹਿ ਰਹੀ ਸੀ ਤੇ ਮੈਨੂੰ ਵੀ ਨਾਲ ਹੀ ਰੱਖ ਲਿਆ ਸੀ। ਉਹਨਾਂ ਦਿਨਾਂ 'ਚ ਰਾਹੁਲ ਦੇ ਘਰ ਦੇ ਉੱਪਰ ਇੱਕ ਹੋਰ ਪੋਰਸ਼ਨ ਬਣਾਉਣ ਦਾ ਸੋਚਿਆ, ਕਿਉਂਕਿ ਘਰ ਛੋਟਾ ਪੈ ਰਿਹਾ ਸੀ
ਮੇਰਾ ਕਮਰਾ ਤਾਂ ਪਹਿਲਾਂ ਹੀ ਚਾਚਾ ਚਾਚੀ ਇਸਤੇਮਾਲ ਕਰ ਰਹੇ ਸਨ, ਇਸ ਲਈ ਰਾਹੁਲ ਨੇ ਉੱਪਰ ਵੱਖਰਾ ਪੋਰਸ਼ਨ ਬਣਾਉਣ ਦਾ ਇਰਾਦਾ ਕੀਤਾ ਸੀ ਤੇ ਇਸ ਦੇ ਲਈ ਉਸਨੇ ਦਾਦੀ ਨੂੰ ਵੀ ਮਨਾ ਲਿਆ ਸੀ। ਕੁਝ ਸਮੇਂ ਬਾਅਦ ਮੈਂ ਤੇ ਸਾਰਿਕਾ ਕਾਲਜ ਪਾਸ ਕਰ ਚੁੱਕੇ ਸੀ ਤੇ ਉੱਪਰ ਦਾ ਪੋਰਸ਼ਨ ਵੀ ਤਿਆਰ ਹੋ ਗਿਆ ਸੀ। ਉਹਨਾਂ ਦਿਨਾਂ 'ਚ ਹੀ ਮਾਂ ਤੇ ਤਾਈ ਦੀਆਂ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਇੱਕ ਉਮਰ 'ਚ ਥੋੜੇ ਵੱਡੇ ਪਰ ਚੰਗੇ ਆਦਮੀ ਨਾਲ ਮਾਮੀ ਦਾ ਵਿਆਹ ਕਰਵਾ ਦਿੱਤਾ ਗਿਆ। ਮਾਮੀ ਹੁਣ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਸੀ। ਉਨੇ ਦਿਨ ਹੀ ਰਾਹੁਲ ਵੀ ਨੌਕਰੀ ਕਰਨ ਲੱਗਿਆ ਸੀ ਤੇ ਤਾਈ ਵੀ ਰਾਹੁਲ ਲਈ ਚੰਗੀ ਕੁੜੀ ਭਾਲਣ ਲੱਗੀ ਤੇ ਇੱਕ ਲੜਕੀ ਲੱਭ ਕੇ ਰਾਹੁਲ ਦਾ ਵੀ ਵਿਆਹ ਕਰ ਦਿੱਤਾ ਗਿਆ। ਹੁਣ ਤਾਂ ਹੌਲੀ ਹੌਲੀ ਮਾਂ ਤੇ ਤਾਈ ਵਿਚਕਾਰ ਲੜਾਈ ਝਗੜਾ ਵੀ ਖਤਮ ਹੋ ਗਿਆ ਹੈ ਤੇ ਅਸੀਂ ਸਾਰੇ ਪੂਰੇ ਪਰਿਵਾਰ ਨਾਲ ਮਿਲ ਜੁਲ ਕੇ ਬਹੁਤ ਖੁਸ਼ੀ ਰਹਿੰਦੇ ਹਾਂ। ਦੋਸਤੋ, ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।